Kanchan Outlook। ਸਾਡਾ ਪੇਕਾ ਘਰ ਕਿਹੜਾ ਹੈ ਤੇ ਸਹੁਰਾ ਘਰ ਕਿਹੜਾ ਹੈ, ਪੇਕੇ ਘਰ ਤੋਂ ਸਹੁਰੇ ਘਰ ਅਸੀਂ ਕਿੰਜ ਜਾਣਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 357ਵੇਂ ਅੰਗ ਤੇ ਵਿਰਾਜਮਾਨ ਪਹਿਲੇ ਸ਼ਬਦ ਦੇ ਵਿੱਚ ਸਾਨੂੰ ਇਹਨਾਂ ਸਵਾਲਾਂ ਦੇ ਜਵਾਬ ਮਿਲ ਜਾਂਦੇ ਨੇ। ਇਸ ਤੋਂ ਇਲਾਵਾ ਸਾਡੇ ਜੋ ਰਿਸ਼ਤੇ ਨੇ, ਪੁੱਤ, ਮਾਂ, ਪਿਓ, ਭਾਈ ਆਦਿਕ, ਜਿਨ੍ਹਾਂ ਨੂੰ ਅਸੀਂ ਆਪਣੇ ਸਮਝਦੇ ਹਾਂ, ਆਪਣੇ ਪੱਕੇ ਸਾਥੀ ਸਮਝਦੇ ਹਾਂ, ਉਹ ਕਿੱਥੋਂ ਕੁ ਤੱਕ ਸਾਡਾ ਸਾਥ ਨਿਭਾ ਸਕਦੇ ਨੇ। ਇਹ ਸੰਸਾਰ ਸਮੁੰਦਰ ਕਿੰਨਾ ਭਿਆਨਕ ਹੈ। ਇਹਦੇ ਵਿੱਚ ਪਾਣੀ ਦੀ ਥਾਂ ਤ੍ਰਿਸ਼ਨਾ ਦੀ ਅੱਗ ਤੇ ਮੋਹ ਦਾ ਚਿੱਕੜ ਕਿਵੇਂ ਪੈਦਾ ਹੋ ਗਿਆ, ਤੇ ਸੂਰਜ ਦੇ ਵੱਖ-ਵੱਖ ਵੇਸ ਕਿਹੜੇ ਨੇ। ਇਹਨਾਂ ਸਾਰੇ ਹੀ ਸਵਾਲਾਂ ਦੇ ਜਵਾਬ ਸਾਨੂੰ ਅੱਜ ਦੇ ਅੰਗ ਦੀ ਬਾਣੀ ਦੇ ਵਿੱਚੋਂ ਮਿਲਣੇ ਹਨ। ਸੋ ਆਓ ਸ਼ੁਰੂ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 357ਵੇਂ ਅੰਗ ਦੀ ਬਾਣੀ ਦੀ ਵਿਆਖਿਆ। ਆਸਾ ਮਹਿਲਾ ਪਹਿਲਾ। ਪੇਵਕੜੈ ਧਨ ਖਰੀ ਇਆਣੀ, ਤਿਸ ਸ਼ਾਹ ਕੀ ਮੈਂ ਸਾਰ ਨਾ ਜਾਣੀ। ਧਨ ਤੋਂ ਭਾਵ ਹੈ ਜੀਵ ਇਸਤਰੀ। ਹੁਣ ਦੇਖੋ, ਸਾਡਾ ਜੋ ਭਾਰਤੀ ਸਮਾਜ ਹੈ, ਇਹਦੇ ਵਿੱਚ ਇਸਤਰੀ ਦੇ ਲਈ ਹੀ ਪੇਕਾ ਘਰ ਤੇ ਸਹੁਰਾ ਘਰ ਸ਼ਬਦ ਵਰਤੇ ਜਾਂਦੇ ਨੇ। ਇਸਤਰੀ ਨੂੰ ਹੀ ਆਪਣਾ ਪੇਕਾ ਘਰ ਛੱਡ ਕੇ ਵਿਆਹ ਤੋਂ ਬਾਅਦ ਸਹੁਰੇ ਘਰ ਜਾ ਕੇ ਵਸਣਾ ਪੈਂਦਾ ਹੈ। ਸੋ ਜੀਵ ਇਸਤਰੀ ਦੀ ਉਦਾਹਰਨ ਲੈ ਕੇ ਗੁਰੂ ਜੀ ਨੇ ਜੋ ਸਾਨੂੰ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਉਹ ਸਾਡੇ ਸਭਨਾਂ ਤੇ ਲਾਗੂ ਹੁੰਦੀ ਹੈ, ਹਰ ਇੱਕ ਜੀਵ ਤੇ ਲਾਗੂ ਹੁੰਦੀ ਹੈ। ਪੇਵਕੜੈ ਧਨ ਖਰੀ ਇਆਣੀ। ਜਦ ਤੱਕ ਜੀਵ ਇਸਤਰੀ ਪੇਕੇ ਘਰ ਦੇ ਵਿੱਚ ਹੈ, ਉਹ ਬੜੀ ਹੀ ਨਾ ਸਮਝ ਅਤੇ ਮੂਰਖ ਹੈ। ਤਿਸ ਸ਼ਾਹ ਕੀ ਮੈਂ ਸਾਰ ਨਾ ਜਾਣੀ। ਉਹ ਮੋਹ ਦੇ ਵਿੱਚ, ਜਗਤ ਦੇ ਮੋਹ ਵਿੱਚ ਫਸੀ ਹੋਈ ਹੈ। ਖਸਮ ਪ੍ਰਭੂ ਦੀ ਉਹਨੂੰ ਕਦਰ ਨਹੀਂ ਹੈ। ਹੁਣ ਜੇ ਅਸੀਂ ਸਮਾਜਿਕ ਪੱਖ ਤੋਂ ਵੀ ਗੱਲ ਕਰੀਏ ਤਾਂ ਜਦ ਤੱਕ ਇਸਤਰੀ ਆਪਣੇ ਪੇਕੇ ਘਰ ਵਿੱਚ ਹੈ, ਪਤੀ ਉਹਦੇ ਜੀਵਨ ਦਾ ਹਿੱਸਾ ਨਹੀਂ। ਇਸ ਕਰਕੇ ਪਤੀ ਦੀ ਉਹ ਕਦਰ ਵੀ ਨਹੀਂ ਪਾਏਗੀ ਜਦ ਉਹਨੂੰ ਪਤਾ ਹੀ ਨਹੀਂ ਕਿ ਪਤੀ ਹੈ ਕੌਣ। ਉਸੇ ਪ੍ਰਕਾਰ ਹੀ ਜਦ ਤੱਕ ਜੀਵ ਪ੍ਰਮਾਤਮਾ ਦੇ ਲੜ ਨਹੀਂ ਲੱਗਿਆ ਹੋਇਆ, ਜਦ ਤੱਕ ਪ੍ਰਭੂ ਚਰਨਾਂ ਦੇ ਵਿੱਚ ਉਹਦਾ ਮਿਲਾਪ ਨਹੀਂ ਹੋਇਆ, ਪ੍ਰਮਾਤਮਾ ਉਹਦੇ ਜੀਵਨ ਦਾ ਹਿੱਸਾ ਨਹੀਂ ਬਣਿਆ, ਤਦ ਤੱਕ ਉਹ ਪ੍ਰਮਾਤਮਾ ਦੀ ਕਦਰ ਨਹੀਂ ਜਾਣਦਾ। ਸ਼ੌ ਮੇਰਾ ਏਕ ਦੂਜਾ ਨਹੀਂ ਕੋਈ, ਨਦਰ ਕਰੇ ਮਿਲਾਵਾ ਹੋਈ ਰਹਾਉ। ਮੇਰਾ ਖਸਮ ਪ੍ਰਭੂ ਹਰ ਵੇਲੇ ਇੱਕ ਰਸ ਰਹਿੰਦਾ ਹੈ, ਉਹਦੇ ਵਰਗਾ ਦੂਜਾ ਹੋਰ ਕੋਈ ਵੀ ਨਹੀਂ। ਜੇ ਉਹ ਆਪਣੀ ਮਿਹਰ ਦੀ ਨਜ਼ਰ ਕਰੇ ਤਾਂ ਹੀ ਸਾਡਾ ਉਸ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਸਕਦਾ ਹੈ। ਸਾਹੁਰੜੈ ਧਨ ਸਾਚ ਪਛਾਣਿਆ, ਸਹਿਜ ਸੁਭਾਈ ਆਪਣਾ ਪਿਰ ਜਾਣਿਆ। ਜਦ ਜੀਵ ਇਸਤਰੀ ਸਹੁਰੇ ਘਰ ਦੇ ਵਿੱਚ ਚਲੀ ਗਈ ਤਾਂ ਸੱਚ ਨੂੰ ਪਛਾਣ ਗਈ, ਪ੍ਰਭੂ ਚਰਨਾਂ ਦੇ ਵਿੱਚ ਜੁੜ ਗਈ। ਪੇਕੇ ਘਰ ਵਿੱਚ ਜਦ ਤੱਕ ਸੀ ਮੂਰਖ ਸੀ, ਅਣਜਾਣ ਸੀ, ਸਹੁਰੇ ਘਰ ਦੇ ਵਿੱਚ ਜਦ ਚਲੀ ਗਈ, ਪਤੀ ਉਹਦੇ ਜੀਵਨ ਦਾ ਹਿੱਸਾ ਬਣ ਗਿਆ। ਪਤੀ ਦੀ ਕਦਰ ਵੀ ਉਹਨੂੰ ਪਤਾ ਚੱਲ ਗਈ। ਪ੍ਰਭੂ ਪਤੀ ਦੀ ਕਦਰ ਉਹਨੇ ਪਛਾਣ ਲਈ। ਅਡੋਲ ਅਵਸਥਾ ਦੇ ਵਿੱਚ ਟਿਕ ਕੇ, ਪ੍ਰੇਮ ਦੇ ਵਿੱਚ ਜੁੜ ਕੇ, ਫਿਰ ਉਹ ਆਪਣੇ ਖਸਮ ਪ੍ਰਭੂ ਦੇ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ। ਹੁਣ ਉਦਾਹਰਣ ਵਾਲੇ ਪੱਖ ਤੋਂ, ਸਮਾਜਿਕ ਪੱਖ ਤੋਂ ਜੇਕਰ ਅਸੀਂ ਸੋਚ ਕੇ ਵੇਖੀਏ, ਜਦ ਤੱਕ ਇੱਕ ਇਸਤਰੀ ਆਪਣੇ ਪੇਕੇ ਘਰ ਦੇ ਵਿੱਚ ਹੈ, ਪਤੀ ਉਹਦੇ ਜੀਵਨ ਦਾ ਹਿੱਸਾ ਨਹੀਂ ਹੈ, ਉਹਨੂੰ ਪਤੀ ਦੀ ਕਦਰ ਨਹੀਂ, ਉਹਨੂੰ ਪਤੀ ਦੇ ਨਾਲ ਫਰਕ ਨਹੀਂ ਪੈਂਦਾ, ਕਿਉਂਕਿ ਉਹ ਉਹਦੇ ਜੀਵਨ ਦਾ ਹਿੱਸਾ ਹੈ ਹੀ ਨਹੀਂ। ਜਦੋਂ ਸਹੁਰੇ ਘਰ ਚਲੀ ਗਈ ਤਾਂ ਫਿਰ ਉਹਦਾ ਪਤੀ ਦੇ ਨਾਲ ਪ੍ਰੇਮ ਵੀ ਪੈ ਜਾਂਦਾ ਹੈ, ਪਤੀ ਦੀ ਕਦਰ ਵੀ ਉਹ ਪਛਾਣ ਲੈਂਦੀ ਹੈ, ਉਹਦਾ ਆਦਰ ਸਨਮਾਨ ਵੀ ਕਰਦੀ ਹੈ, ਉਹਦੇ ਡਰ ਅਦਬ ਦੇ ਵਿੱਚ ਵੀ ਰਹਿੰਦੀ ਹੈ, ਤੇ ਇਹ ਸਾਰਾ ਕੁਝ ਸਹਿਜ ਸੁਭਾਅ ਹੀ ਹੋ ਜਾਂਦਾ ਹੈ। ਸੁਭਾਵਿਕ ਹੀ ਜਿਹੀਆਂ ਗੱਲਾਂ ਨੇ, ਇਹ ਹੋਣਾ ਹੀ ਹੁੰਦਾ ਹੈ। ਗੁਰ ਪ੍ਰਸਾਦੀ ਐਸੀ ਮਤ ਆਵੈ, ਤਾਂ ਕਾਮਣ ਕੰਤੈ ਮਨ ਭਾਵੈ। ਆਪਣੀ ਜ਼ਿੰਦਗੀ ਦੇ ਵਿੱਚ, ਜੀਵਨ ਦੇ ਵਿੱਚ ਜੋ ਵਿਆਹ ਦਾ ਕਾਰਜ ਹੈ, ਉਹਨੂੰ ਨੇਪਰੇ ਚੜਾਉਣ ਦੇ ਲਈ ਦੋ ਪਰਿਵਾਰਾਂ ਨੂੰ, ਦੋ ਜੀਆਂ ਨੂੰ ਮਿਲਾਉਣ ਦਾ ਕੰਮ ਇੱਕ ਵਿਚੋਲਾ ਕਰਦਾ ਹੈ। ਉਸੇ ਪ੍ਰਕਾਰ ਹੀ ਇੱਕ ਜੀਵ ਅਤੇ ਪ੍ਰਮਾਤਮਾ ਦੇ ਵਿਚਕਾਰ ਗੁਰੂ ਵਿਚੋਲੇ ਦਾ ਰੋਲ ਅਦਾ ਕਰਦਾ ਹੈ। ਗੁਰੂ ਦੀ ਕਿਰਪਾ ਹੋਵੇ ਤੇ ਗੁਰੂ ਸਾਨੂੰ ਅਜਿਹੀ ਮੱਤ ਬਖਸ਼ਦਾ ਹੈ ਕਿ ਉਹ ਜੋ ਜੀਵ ਇਸਤਰੀ ਹੈ,
ਉਹ ਖਸਮ ਪ੍ਰਭੂ ਦੇ ਮਨ ਨੂੰ ਭਾਉਣ ਲੱਗ ਜਾਂਦੀ ਹੈ, ਚੰਗੀ ਲੱਗਣ ਲੱਗ ਜਾਂਦੀ ਹੈ। ਇਸਤਰੀ ਦੀ ਉਦਾਹਰਣ ਛੱਡ ਕੇ ਜੇ ਅਸੀਂ ਹਰ ਇੱਕ ਜੀਵ ਤੇ ਇਹ ਗੱਲ ਲਾਗੂ ਕਰੀਏ ਤਾਂ ਗੁਰੂ ਹਰ ਇੱਕ ਜੀਵ ਨੂੰ, ਜਿਹਨੂੰ ਵੀ ਗੁਰੂ ਮਿਲਦਾ ਹੈ, ਉਹਨੂੰ ਅਜਿਹੀ ਮੱਤ ਬਖਸ਼ਦਾ ਹੈ ਕਿ ਉਹ ਜੀਵ ਪ੍ਰਮਾਤਮਾ ਨੂੰ ਚੰਗਾ ਲੱਗਣ ਲੱਗਦਾ ਹੈ। ਪ੍ਰਮਾਤਮਾ ਦੀ ਮਿਹਰ ਉਸ ਜੀਵ ਤੇ ਹੁੰਦੀ ਹੈ। ਕਹਿਤ ਨਾਨਕ ਭੈ ਭਾਵ ਕਾ ਕਰੇ ਸ਼ਿੰਗਾਰ, ਸਦ ਹੀ ਸੇਜੈ ਰਵੈ ਪਤਾਰ। ਨਾਨਕ ਆਖਦਾ ਹੈ ਕਿ ਜਿਹੜੀ ਜੀਵ ਇਸਤਰੀ ਪ੍ਰਮਾਤਮਾ ਦੇ ਡਰ ਦਾ ਤੇ ਪ੍ਰੇਮ ਦਾ ਸ਼ਿੰਗਾਰ ਬਣਾਉਂਦੀ ਹੈ, ਉਸ ਦੀ ਹਿਰਦੇ ਸੇਜ ਉੱਤੇ ਪ੍ਰਭੂ ਪਤੀ ਸਦਾ ਹੀ ਟਿਕਿਆ ਰਹਿੰਦਾ ਹੈ। ਅੱਗੇ ਚੱਲ ਕੇ ਇਸੇ ਵੀਡੀਓ ਦੇ ਵਿੱਚ ਆਪਾਂ ਬਿਲਕੁਲ ਹੀ ਸੌਖੇ ਸ਼ਬਦਾਂ ਦੇ ਵਿੱਚ ਇਸ ਸ਼ਬਦ ਦਾ ਨਿਚੋੜ ਦੱਸ ਦੇਵਾਂਗੇ। ਆਸਾ ਮਹਿਲਾ ਪਹਿਲਾ, ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ, ਝੂਠਾ ਮੋਹੇ ਭਰਮ ਭੁਲਾਈ। ਗੁਰੂ ਜੀ ਕਹਿੰਦੇ ਝੂਠੇ ਮੋਹ ਦੇ ਕਾਰਨ ਦੁਨੀਆ ਭਟਕਣਾ ਵਿੱਚ ਪੈ ਕੇ ਕੁਰਾਹੇ ਪਈ ਹੋਈ ਹੈ। ਨਾ ਇੱਥੇ ਅਸਲ ਦੇ ਵਿੱਚ ਕਿਸੇ ਦਾ ਕੋਈ ਮਾਂ ਹੈ ਤੇ ਨਾ ਹੀ ਕਿਸੇ ਦਾ ਕੋਈ ਪੁੱਤਰ ਹੈ। ਇਹਨਾਂ ਦੇ ਵਿੱਚੋਂ ਕੋਈ ਵੀ ਪੱਕਾ ਸਾਥੀ ਨਹੀਂ ਹੈ। ਇਹ ਸਾਰੇ ਜੋ ਸਾਡੇ ਰਿਸ਼ਤੇ ਹਨ, ਸਾਡੇ ਆਖਰੀ ਕੁ ਵੇਲੇ ਤੱਕ ਹੀ ਸਾਥ ਨਿਭਾਉਂਦੇ, ਬਿਲਕੁਲ ਅਖੀਰ ਤੱਕ ਨਹੀਂ। ਜਦ ਪਤਾ ਚੱਲ ਜਾਏ ਕਿ ਕਿਸੇ ਇਨਸਾਨ ਨੇ ਹੁਣ ਬਹੁਤੀ ਦੇਰ ਰਹਿਣਾ ਨਹੀਂ, ਉਹਦਾ ਆਖਰੀ ਸਮਾਂ ਆ ਗਿਆ ਹੈ, ਉਹਨੇ ਕੁਝ ਪਲਾਂ ਦੇ ਵਿੱਚ, ਕੁਝ ਘੰਟਿਆਂ ਦੇ ਵਿੱਚ ਚਲੇ ਜਾਣਾ ਹੈ, ਮਰ ਜਾਣਾ ਹੈ, ਤਾਂ ਅਕਸਰ ਹੀ ਲੋਕ ਉਹਦੀ ਕਦਰ ਕਰਨੀ, ਉਹਦੀ ਪ੍ਰਵਾਹ ਕਰਨੀ ਛੱਡ ਦਿੰਦੇ ਨੇ ਕਿ ਇਹਨੇ ਕਿਹੜਾ ਹੁਣ ਬਚਣਾ ਹੈ, ਇਹਦੀ ਪ੍ਰਵਾਹ ਕਰਕੇ ਵੀ ਕੀ ਕਰ ਲਵਾਂਗੇ। ਅਕਸਰ ਹੁੰਦਾ ਹੈ, ਹਰ ਸਿਚੁਏਸ਼ਨ ਦੇ ਵਿੱਚ, ਹਰ ਸਥਿਤੀ ਦੇ ਵਿੱਚ ਨਹੀਂ ਹੁੰਦਾ, ਹਰ ਪਰਿਵਾਰ ਦੇ ਵਿੱਚ ਨਹੀਂ ਹੁੰਦਾ, ਪਰ ਅਕਸਰ ਹੁੰਦਾ ਹੈ। ਜ਼ਿਆਦਾਤਰ ਪਰਿਵਾਰਾਂ ਦੇ ਵਿੱਚ ਅਜਿਹਾ ਹੋ ਜਾਂਦਾ ਹੈ। ਖਾਸ ਕਰਕੇ ਜੇ ਮਰਨ ਕਿਨਾਰੇ ਪਿਆ ਇਨਸਾਨ ਆਪਣੀ ਉਮਰ ਭੋਗ ਚੁੱਕਿਆ ਹੋਵੇ, ਵਡੇਰੀ ਉਮਰ ਦਾ ਹੋਵੇ, ਤੇ ਅੱਜ ਕੱਲ੍ਹ ਤੇ ਲੋਕ ਅਕਸਰ ਅਜਿਹਾ ਹੀ ਸੋਚਣ ਲੱਗ ਜਾਂਦੇ ਨੇ ਕਿ ਸ਼ੁਕਰ ਹੈ ਜਾਵੇ, ਸਾਡਾ ਖਹਿੜਾ ਛੁੱਟੇ। ਤਰਾਸਦੀ ਹੈ ਪਰ ਅਜਿਹਾ ਸੋਚਦੇ ਨੇ। ਪਰ ਇੱਥੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਉਹ ਸਾਡੇ ਪੱਕੇ ਸਾਥੀ ਨੇ, ਜਿਨ੍ਹਾਂ ਨੂੰ ਅਸੀਂ ਆਪਣੇ ਸਮਝਦੇ ਸੀ। ਦੂਜੀ ਗੱਲ ਕਿ ਅੰਤ ਵੇਲਾ ਜਿਸ ਇਨਸਾਨ ਦਾ ਆਉਂਦਾ ਹੈ, ਉਸ ਵਕਤ ਉਹਦੀ ਮਾਨਸਿਕ, ਉਹਦੀ ਆਤਮਿਕ ਅਵਸਥਾ ਬੜੀ ਗੁੰਝਲਦਾਰ ਹੋ ਜਾਂਦੀ ਹੈ। ਬਹੁਤ ਕੁਝ ਉਹਦੇ ਮਨ ਦੇ ਵਿੱਚ ਚੱਲ ਰਿਹਾ ਹੁੰਦਾ ਹੈ। ਦਿਲ ਨਹੀਂ ਕਰਦਾ ਹੁੰਦਾ ਉਹਦਾ ਇਸ ਰੰਗਲੀ ਦੁਨੀਆ ਨੂੰ ਛੱਡ ਕੇ ਜਾਣ ਨੂੰ, ਪਰ ਉਹਦਾ ਵੱਸ ਵੀ ਕੋਈ ਨਹੀਂ ਚੱਲਦਾ। ਉਹਨੂੰ ਪਤਾ ਵੀ ਹੁੰਦਾ ਹੈ ਕਿ ਕੁਝ ਪਲਾਂ ਦੇ ਵਿੱਚ ਉਹਨੂੰ ਜਾਣਾ ਪੈਣਾ। ਉਸ ਮੌਕੇ ਤੇ ਜੇ ਅਸੀਂ ਧਰਵਾਸ ਦੀ ਗੱਲ ਕਰੀਏ ਤੇ ਸਾਡਾ ਕੋਈ ਵੀ ਸਾਥੀ, ਕੋਈ ਵੀ ਰਿਸ਼ਤੇਦਾਰ, ਕੋਈ ਵੀ ਸਕਾ ਸੰਬੰਧੀ ਜੋ ਹੈ ਸਾਨੂੰ ਧਰਵਾਸ ਨਹੀਂ ਦੇ ਸਕਦਾ। ਉਸ ਵਕਤ ਇੱਕ ਹੀ ਆਸਰਾ ਹੁੰਦਾ ਹੈ ਤੇ ਉਹ ਹੈ ਪ੍ਰਮਾਤਮਾ ਦਾ ਨਾਮ। ਜੇ ਅਸੀਂ ਸਮਾਂ ਰਹਿੰਦੇ ਪ੍ਰਮਾਤਮਾ ਦੇ ਨਾਮ ਦੇ ਨਾਲ ਆਪਣੀ ਸਾਂਝ ਬਣਾ ਲਈਏ, ਨਾਮ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਈਏ, ਤਾਂ ਉਸ ਵਕਤ ਸਾਨੂੰ ਧਰਵਾਸ ਹਾਸਲ ਕਰਨ ਦੇ ਵਿੱਚ ਪ੍ਰਮਾਤਮਾ ਦਾ ਨਾਮ ਬਹੁਤ ਸਹਾਇਤਾ ਕਰਦਾ ਹੈ। ਸੋ ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ, ਝੂਠਾ ਮੋਹੇ ਭਰਮ ਭੁਲਾਈ। ਮੇਰੇ ਸਾਹਿਬ ਹਉ ਕੀਤਾ ਤੇਰਾ, ਜਾਂ ਤੂੰ ਦੇਹ ਜਪੀ ਨਾਉ ਤੇਰਾ ਰਹਾਉ। ਹੇ ਮੇਰੇ ਮਾਲਕ ਪ੍ਰਭੂ, ਮੈਂ ਤੇਰਾ ਪੈਦਾ ਕੀਤਾ ਹੋਇਆ ਹਾਂ। ਜੇ ਤੂੰ ਬਖਸ਼ਿਸ਼ ਕਰੇ ਤਾਂ ਹੀ ਮੈਂ ਤੇਰਾ ਨਾਮ ਜਪ ਸਕਦਾ ਹਾਂ। ਮੇਰੀਆਂ ਸਰੀਰਕ, ਮਾਨਸਿਕ, ਆਤਮਿਕ ਲੋੜਾਂ ਨੂੰ ਤੂੰ ਭਲੀ ਭਾਂਤ ਜਾਣਦਾ ਹੈ, ਉਹਨਾਂ ਨੂੰ ਪੂਰੀਆਂ ਕਰਨ ਦੀ ਸਮਰੱਥਾ ਵੀ ਰੱਖਦਾ ਹੈ। ਜੇ ਤੇਰੀ ਮਿਹਰ ਦੀ ਨਜ਼ਰ ਮੇਰੇ ਤੇ ਹੋਵੇ ਤੇ ਤੂੰ ਮੇਰੀਆਂ ਉਹਨਾਂ ਲੋੜਾਂ ਨੂੰ ਪੂਰੀਆਂ ਵੀ ਕਰਦਾ ਹੈ। ਬਹੁਤੇ ਔਗਣ ਕੂਕੈ ਕੋਈ, ਜਾਂ ਤਿਸ ਭਾਵੈ ਬਖਸ਼ੇ ਸੋਈ। ਜੇ ਕਿਸੇ ਇਨਸਾਨ ਦੇ ਵਿੱਚ ਬਹੁਤੇ ਔਗਣ ਹੋਣ, ਬਹੁਤ ਉਹਨੇ ਪਾਪ ਕੀਤੇ ਹੋਣ, ਪਰ ਫਿਰ ਵੀ ਪਰਮਾਤਮਾ ਦੇ ਦਰ ਤੇ ਜਾ ਕੇ ਪੁਕਾਰ ਕਰੇ, ਅਰਜ਼ੋਈ ਕਰੇ, ਤੇ ਉਹਦੀ ਜੇ ਉਹ ਅਰਜ਼ੋਈ ਪਰਮਾਤਮਾ ਨੂੰ ਭਾ ਜਾਵੇ, ਚੰਗੀ ਲੱਗ ਜਾਵੇ, ਤਾਂ ਪਰਮਾਤਮਾ ਉਹਨੂੰ ਵੀ ਆਪਣੇ ਨਾਮ ਦੀ ਬਖਸ਼ਿਸ਼ ਕਰਦਾ ਹੈ, ਉਹਦੇ ਜੀਵਨ ਨੂੰ ਸਵਾਰ ਦਿੰਦਾ ਹੈ। ਗੁਰ ਪ੍ਰਸਾਦੀ ਦੁਰਮਤ ਖੋਈ, ਜਹਾਂ ਦੇਖਾਂ ਤਹਾਂ ਏਕੋ ਸੋਈ। ਗੁਰੂ ਦੀ ਕਿਰਪਾ ਦੇ ਨਾਲ ਜਦੋਂ ਅਸੀਂ ਆਪਣੀ ਖੋਟੀ ਮੱਤ ਗਵਾ ਦਈਏ ਤਾਂ ਸਾਨੂੰ ਇਹ ਅਕਲ ਆ ਜਾਂਦੀ ਹੈ
ਕਿ ਅਸੀਂ ਜਿੱਧਰ ਵੀ ਵੇਖਦੇ ਹਾਂ ਸਾਨੂੰ ਇੱਕੋ ਪ੍ਰਮਾਤਮਾ ਨਜ਼ਰ ਆਉਂਦਾ ਹੈ। ਕਹਿਤ ਨਾਨਕ ਐਸੀ ਮਤ ਆਵੈ, ਤਾਂ ਕੋ ਸੱਚੇ ਸੱਚ ਸਮਾਵੈ। ਨਾਨਕ ਆਖਦਾ ਹੈ ਜਦੋਂ ਪ੍ਰਭੂ ਦੀ ਮਿਹਰ ਨਾਲ ਤੇ ਗੁਰੂ ਦੀ ਕਿਰਪਾ ਦੇ ਨਾਲ। ਦੇਖੋ, ਇੱਕ ਇਨਸਾਨ ਹੈ, ਪਾਪੀ ਹੈ, ਪਾਪ ਕਰਦਾ ਜਾ ਰਿਹਾ ਹੈ, ਪਰ ਅਚਾਨਕ ਉਹਦਾ ਗੁਰੂ ਦੇ ਨਾਲ ਮਿਲਾਪ ਹੋ ਜਾਂਦਾ ਹੈ। ਗੁਰੂ ਉਹਨੂੰ ਸਿੱਖਿਆ ਦਿੰਦਾ ਹੈ, ਗੁਰੂ ਦੀ ਸਿੱਖਿਆ ਉਹਦੇ ਖਾਨੇ ਦੇ ਵਿੱਚ ਵੀ ਪੈ ਜਾਂਦੀ ਹੈ ਤੇ ਉਹ ਇੱਕ ਬਹੁਤ ਵਧੀਆ ਗੁਰਮੁਖ ਇਨਸਾਨ ਬਣ ਜਾਂਦਾ ਹੈ, ਪ੍ਰਮਾਤਮਾ ਦੇ ਨਾਲ ਸਾਂਝ ਪਾ ਲੈਂਦਾ ਹੈ। ਇਹ ਤਬਦੀਲੀ ਕਿਵੇਂ ਆਈ? ਇਸ ਤਬਦੀਲੀ ਦੇ ਪਿੱਛੇ ਕੌਣ ਹੈ? ਗੁਰੂ ਦਾ ਆਪਣਾ ਇੱਕ ਰੋਲ ਹੈ, ਪਰ ਪਰਮਾਤਮਾ ਦੀ ਮਿਹਰ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਉਸ ਇਨਸਾਨ ਨੂੰ ਗੁਰੂ ਮਿਲਿਆ ਕਿਉਂਕਿ ਪਰਮਾਤਮਾ ਨੇ ਉਹਦੇ ਤੇ ਮਿਹਰ ਦੀ ਨਜ਼ਰ ਕੀਤੀ, ਤਾਂ ਉਹਨੂੰ ਗੁਰੂ ਮਿਲਿਆ ਤੇ ਫਿਰ ਗੁਰੂ ਜ਼ਰੀਆ ਬਣਿਆ ਉਹਨੂੰ ਪਰਮਾਤਮਾ ਦੇ ਨਾਲ ਮਿਲਾਣ ਦਾ। ਸੋ ਨਾਨਕ ਆਖਦਾ ਹੈ, ਕਹਿਤ ਨਾਨਕ ਐਸੀ ਮਤ ਆਵੈ, ਕਿ ਜਿਸ ਜੀਵ ਨੂੰ ਅਜਿਹੀ ਅਕਲ ਆ ਜਾਵੇ ਕਿ ਹਰ ਪਾਸੇ ਉਹ ਪਰਮਾਤਮਾ ਨੂੰ ਦੇਖ ਸਕੇ, ਤਾਂ ਕੋ ਸੱਚੇ ਸੱਚ ਸਮਾਵੈ, ਤਾਂ ਜੀਵ ਸਦਾ ਉਸ ਸਦਾ ਥਿਰ ਪ੍ਰਭੂ ਦੇ ਵਿੱਚ ਲੀਨ ਰਹਿੰਦਾ ਹੈ। ਆਸਾ ਮਹਿਲਾ ਪਹਿਲਾ ਦੋ ਪਦੇ। ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾਂ ਤਾਂ ਡੂਬੀਅਲੇ। ਸਰਵਰੜੈ ਭਾਵ ਕਿ ਭਿਆਨਕ ਸਰੋਵਰ, ਭਈਲੇ ਨਿਵਾਸਾ ਕਿ ਉਸ ਵਿੱਚ ਸਾਡਾ ਵਾਸ ਹੈ। ਸਾਡਾ ਜੋ ਨਿਵਾਸ, ਸਾਡਾ ਜੋ ਵਾਸ ਹੈ ਉਹ ਇੱਕ ਭਿਆਨਕ ਸਰੋਵਰ ਦੇ ਵਿੱਚ ਹੈ। ਉਸ ਸਰੋਵਰ ਦੇ ਵਿੱਚ ਅਕਸਰ ਸਰੋਵਰ ਦੇ ਵਿੱਚ ਪਾਣੀ ਹੁੰਦਾ ਹੈ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਇਸ ਸੰਸਾਰ ਸਰੋਵਰ ਜੋ ਕਿ ਬੜਾ ਭਿਆਨਕ ਹੈ, ਇਹਦੇ ਵਿੱਚ ਪਾਣੀ ਦੀ ਥਾਂ ਤੇ ਤ੍ਰਿਸ਼ਨਾ ਦੀ ਅੱਗ ਉਸ ਪਰਮਾਤਮਾ ਨੇ ਪਾਈ ਹੈ। ਪਾਣੀ ਪਾਵਕ ਤਿਨਹਿ ਕੀਆ, ਪਾਣੀ ਦੀ ਅੱਗ ਉਸ ਪਰਮਾਤਮਾ ਨੇ ਕੀਤੀ, ਜਾਣੀ ਪਾਣੀ ਦੇ ਥਾਂ ਤੇ ਇਸ ਸੰਸਾਰ ਸਮੁੰਦਰ ਦੇ ਵਿੱਚ ਤ੍ਰਿਸ਼ਨਾ ਦੀ ਅੱਗ ਉਸ ਪਰਮਾਤਮਾ ਨੇ ਪਾਈ। ਪੰਕਜ ਮੋਹ, ਜਾਣੀ ਮੋਹ ਦਾ ਚਿੱਕੜ ਇਸ ਸੰਸਾਰ ਦੇ ਵਿੱਚ ਹੈ, ਜਿਹਦੇ ਵਿੱਚ ਕਿ ਪੱਗ ਨਹੀਂ ਚੱਲਦਾ, ਸਾਡੇ ਪੈਰ ਨਹੀਂ ਚੱਲਦੇ, ਚਿੱਕੜ ਦੇ ਵਿੱਚ ਅਸੀਂ ਫਸੇ ਹੋਏ। ਹਮ ਦੇਖਾਂ ਤਾਂ ਡੂਬੀਅਲੇ, ਕਹਿੰਦੇ ਅਸੀਂ ਆਪਣੀਆਂ ਅੱਖਾਂ ਦੇ ਨਾਲ ਵੇਖਦੇ ਹਾਂ, ਸਾਡੇ ਸਾਹਮਣੇ ਅਨੇਕਾਂ ਹੀ ਲੋਕ ਇਸ ਚਿੱਕੜ ਦੇ ਵਿੱਚ ਡੁੱਬ ਕੇ ਮਰਦੇ ਜਾ ਰਹੇ ਨੇ, ਤ੍ਰਿਸ਼ਨਾ ਦੀ ਅੱਗ ਦੇ ਵਿੱਚ ਝੁਲਸ ਕੇ ਭਸਮ ਹੋ ਰਹੇ ਨੇ। ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਰਹਾਓ, ਹੇ ਮਨ, ਹੇ ਮੂਰਖ ਮਨ, ਤੂੰ ਇੱਕ ਪ੍ਰਭੂ ਨੂੰ ਯਾਦ ਨਹੀਂ ਕਰਦਾ। ਏਕ ਨਾ ਚੇਤਸ, ਇੱਕ ਪ੍ਰਭੂ ਨੂੰ ਯਾਦ ਨਹੀਂ ਕਰਦਾ। ਜਿਉਂ-ਜਿਉਂ ਤੂੰ ਪ੍ਰਭੂ ਨੂੰ ਵਿਸਾਰਦਾ ਹੈ, ਤਿਉਂ-ਤਿਉਂ ਤੇਰੇ ਗੁਣ ਗਲ ਰਹੇ ਨੇ, ਤੇਰੇ ਗੁਣ ਘਟ ਰਹੇ ਨੇ। ਹਰ ਬਿਸਰਤ ਤੇਰੇ ਗੁਣ ਗਲਿਆ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਗੁਰੂ ਜੀ ਕਹਿੰਦੇ, ਹੇ ਪ੍ਰਭੂ, ਨਾ ਮੈਂ ਜਤੀ ਹਾਂ, ਨਾ ਮੈਂ ਸਤੀ ਹਾਂ, ਨਾ ਹੀ ਮੈਂ ਬਹੁਤਾ ਪੜਿਆ ਹੋਇਆ ਹਾਂ। ਮੇਰਾ ਜੀਵਨ ਤਾਂ ਮੂਰਖਾਂ ਬੇਸਮਝਾਂ ਵਾਲਾ ਬਣਿਆ ਹੋਇਆ ਹੈ। ਇਸ ਪੰਕਤੀ ਦੇ ਨਾਲ ਸਾਨੂੰ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਤ ਸਤ ਤੇ ਵਿਦਿਆ ਇਸ ਤ੍ਰਿਸ਼ਨਾ ਦੀ ਅੱਗ ਤੇ ਮੋਹ ਦੇ ਚਿੱਕੜ ਦੇ ਵਿੱਚ ਡਿੱਗਣੋਂ ਸਾਨੂੰ ਬਚਾ ਨਹੀਂ ਸਕਦੀ। ਜੇ ਪ੍ਰਭੂ ਸਾਡੇ ਮਨ ਤੋਂ ਵਿਸਰਿਆ ਰਵੇ ਤੇ ਅਸੀਂ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜ ਕੇ ਹੀ ਰਵਾਂਗੇ, ਮੋਹ ਦੇ ਚਿੱਕੜ ਵਿੱਚ ਫਸ ਕੇ ਹੀ ਰਵਾਂਗੇ। ਬੇਸ਼ੱਕ ਕਿੰਨੇ ਵੀ ਵੱਡੇ ਜਤੀ ਸਤੀ ਹੋ ਜਾਈਏ ਜਾਂ ਵਿਦਵਾਨ ਹੋ ਜਾਈਏ। ਸੋ ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਪ੍ਰਣਵਤ ਤੋਂ ਭਾਵ ਬੇਨਤੀ ਕਰਨਾ। ਨਾਨਕ ਬੇਨਤੀ ਕਰਦਾ ਹੈ ਕਿ ਹੇ ਪ੍ਰਮਾਤਮਾ, ਮੈਨੂੰ ਉਹਨਾਂ ਦੀ ਸ਼ਰਨ ਦੇ ਵਿੱਚ ਰੱਖ। ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ, ਜਿਨ੍ਹਾਂ ਨੂੰ ਤੂੰ ਵਿਸਰਿਆ ਹੋਇਆ ਨਹੀਂ, ਉਹਨਾਂ ਗੁਰਮੁਖਾਂ ਦੀ ਸ਼ਰਨ ਦੇ ਵਿੱਚ ਮੈਨੂੰ ਰੱਖ। ਮੇਰੀ ਇੰਨੀ ਬੇਨਤੀ ਕਬੂਲ ਕਰ। ਆਸਾ ਮਹਿਲਾ ਪਹਿਲਾ। ਛੇ ਘਰ ਛੇ ਗੁਰ, ਛੇ ਉਪਦੇਸ਼, ਗੁਰ ਗੁਰ ਇੱਕੋ, ਵੇਸ ਅਨੇਕ। ਛੇ ਸ਼ਾਸਤਰ ਹਨ, ਛੇ ਹੀ ਇਹਨਾਂ ਸ਼ਾਸਤਰਾਂ ਦੇ ਚਲਾਉਣ ਵਾਲੇ ਜਾਣੀ ਇਹਨਾਂ ਦੇ ਗੁਰੂ ਹਨ, ਤੇ ਛੇ ਹੀ ਸਿਧਾਂਤ ਹਨ। ਲੇਕਿਨ ਇਹਨਾਂ ਸਾਰੇ ਸਿਧਾਂਤਾਂ ਦਾ ਇੱਕ ਮੂਲ ਸਿਧਾਂਤ ਹੈ ਪਰਮਾਤਮਾ। ਜਿੰਨੇ ਵੀ ਸ਼ਾਸਤਰ ਹਨ ਉਹ ਕਿਤੇ ਨਾ ਕਿਤੇ ਆਪਣੀ ਜੋ ਕੋਰ ਹੈ ਉਹਦੇ ਵਿੱਚ ਉਹ ਪਰਮਾਤਮਾ ਦੀ ਹੀ ਗੱਲ ਕਰਦੇ ਨੇ।
ਸਾਰੇ ਹੀ ਸ਼ਾਸਤਰਾਂ ਦੀ ਜੋ ਸ਼ੁਰੂਆਤ ਹੈ ਜਾਂ ਜੋ ਨਿਚੋੜ ਹੈ ਉਹ ਪਰਮਾਤਮਾ ਹੀ ਨਿਕਲਦਾ ਹੈ। ਪਰਮਾਤਮਾ ਨੂੰ ਮੁੱਖ ਰੱਖ ਕੇ ਹੀ ਸਾਰੇ ਸ਼ਾਸਤਰ ਲਿਖੇ ਗਏ ਨੇ। ਸਾਰੀ ਗੱਲਬਾਤ ਜੋ ਹੈ ਪਰਮਾਤਮਾ ਦੇ ਦੁਆਲੇ ਹੀ ਘੁੰਮਦੀ ਹੈ। ਗੁਰ ਗੁਰ ਏਕੋ ਵੇਸ ਅਨੇਕ। ਸੋ ਇਹ ਸਾਰੇ ਸ਼ਾਸਤਰ, ਸਾਰੇ ਗੁਰੂ, ਸਾਰੇ ਸਿਧਾਂਤ ਉਸ ਇੱਕ ਪਰਮਾਤਮਾ ਦੇ ਹੀ ਅਨੇਕਾਂ ਵੇਸ ਨੇ। ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਹੇ। ਰਹਾਓ, ਜਿਸ ਸਤਸੰਗ ਘਰ ਦੇ ਵਿੱਚ ਅਕਾਲ ਪੁਰਖ ਦੀ ਸਿਫਤ ਸਲਾਹ ਹੁੰਦੀ ਹੈ, ਹੇ ਭਾਈ ਤੂੰ ਉਸ ਨੂੰ ਆਪਣੇ ਹਿਰਦੇ ਦੇ ਵਿੱਚ ਸਾਂਭ ਕੇ ਰੱਖ, ਇਸੇ ਨਾਲ ਤੈਨੂੰ ਵਡਿਆਈ ਮਿਲੇਗੀ। ਵਿਸੂਏ ਚੱਸਿਆ ਘੜੀਆਂ ਪਹਿਰਾ, ਥਿੱਤੀ ਵਾਰੀ ਮਾਹ ਭਇਆ। ਸਮੇਂ ਦੇ ਅਲੱਗ-ਅਲੱਗ ਨਾਮ, ਅਲੱਗ-ਅਲੱਗ ਮਿਕਦਾਰ ਕਹਿ ਸਕਦੇ ਹਾਂ। ਅੱਖ ਨੂੰ ਜੇ ਅਸੀਂ 15 ਵਾਰ ਝਪਕੀਏ ਤਾਂ ਓਨੇ ਸਮੇਂ ਨੂੰ ਇੱਕ ਵਿਸਾ ਕਿਹਾ ਜਾਂਦਾ ਹੈ। ਸੋ ਵਿਸੂਏ 15 ਵਿਸੂਏ ਮਿਲ ਕੇ ਇੱਕ ਚੱਸਾ ਬਣਾਉਂਦੇ ਨੇ। 30 ਚੱਸੇ ਮਿਲ ਕੇ ਇੱਕ ਪਲ ਬਣਾਉਂਦੇ ਨੇ। 30 ਪਲਾਂ ਦੀ ਇੱਕ ਘੜੀ ਹੈ। 7.5 ਘੜੀਆਂ ਦਾ ਇੱਕ ਪਹਿਰ ਹੈ। 15 ਥਿੱਤਾਂ ਯਾਨੀ ਚੰਦਰਮਾ ਦੀ ਗਤੀਵਿਧੀ ਦੇ ਅਨੁਸਾਰ ਜੋ ਥਿੱਤੀਆਂ ਬਣਦੀਆਂ ਨੇ। 7 ਵਾਰ ਯਾਨੀ ਹਫ਼ਤੇ ਦੇ 7 ਦਿਨ, 12 ਮਹੀਨੇ ਤੇ 6 ਰੁੱਤਾਂ। ਸਮੇਂ ਦੀਆਂ ਵੱਖ-ਵੱਖ ਇਹ ਇਕਾਈਆਂ ਨੇ। ਇਹਨਾਂ ਇਕਾਈਆਂ ਦੇ ਵਿੱਚ ਅਸੀਂ ਸਮੇਂ ਨੂੰ ਵੰਡ ਸਕਦੇ ਹਾਂ, ਪਰ ਇਹ ਸਾਰੀਆਂ ਹੀ ਜੋ ਇਕਾਈਆਂ ਨੇ ਕਿਤੇ ਨਾ ਕਿਤੇ ਸੂਰਜ ਨਾਲ ਬਣਦੀਆਂ ਨੇ। ਸੂਰਜ ਦੀ ਗਤੀਵਿਧੀ ਦਾ ਇਹਨਾਂ ਸਾਰੀਆਂ ਹੀ ਇਕਾਈਆਂ ਦੇ ਵਿੱਚ, ਸਮੇਂ ਦੀਆਂ ਦੇ ਇਕਾਈਆਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਸੋ ਵਿਸੂਏ ਚੱਸਿਆ ਘੜੀਆਂ ਪਹਿਰਾ, ਥਿੱਤੀ ਵਾਰੀ ਮਾਹ ਭਇਆ। ਸੂਰਜ ਏਕੋ ਰੁੱਤ ਅਨੇਕ। ਰੁੱਤਾਂ ਅਨੇਕ ਨੇ, ਸੂਰਜ ਇੱਕ ਹੀ ਹੈ, ਪਰ ਇਹ ਸਾਰੀਆਂ ਹੀ ਰੁੱਤਾਂ ਸੂਰਜ ਦੇ ਕਰਕੇ ਹੀ ਬਣਦੀਆਂ ਨੇ। ਤਾਂ ਕਹਿ ਸਕਦੇ ਹਾਂ ਕਿ ਇਹ ਜੋ ਰੁੱਤਾਂ ਨੇ ਸੂਰਜ ਦੇ ਅਨੇਕਾਂ ਵੇਸ ਨੇ। ਸੂਰਜ ਇੱਕ ਹੈ ਪਰ ਉਹਦੇ ਵੇਸ ਅਨੇਕ ਨੇ। ਬਿਲਕੁਲ ਇਸੇ ਤਰ੍ਹਾਂ ਹੀ ਨਾਨਕ ਕਰਤੇ ਕੇ ਕੀਤੇ ਵੇਸ, ਜਿਵੇਂ ਇੱਕ ਸੂਰਜ ਦੇ ਵੱਖ-ਵੱਖ ਰੁੱਤਾਂ ਅਨੇਕਾਂ ਵੇਸ ਬਣ ਜਾਂਦੇ ਨੇ, ਉਵੇਂ ਹੀ ਇੱਕ ਪਰਮਾਤਮਾ ਦੇ ਅਨੇਕਾਂ ਹੀ ਵੇਸ ਨੇ। ਜਿੰਨੇ ਵੀ ਜੀਵ ਇਸ ਸ੍ਰਿਸ਼ਟੀ ਦੇ ਵਿੱਚ ਹਨ, ਉਸ ਪਰਮਾਤਮਾ ਦੇ ਵੇਸ ਨੇ। ਸੋ ਪਰਮਾਤਮਾ ਇੱਕ ਹੈ, ਉਹਦੇ ਵੇਸ ਅਨੇਕਾਂ ਨੇ। ਵੀਡੀਓ ਦੀ ਸ਼ੁਰੂਆਤ ਦੇ ਵਿੱਚ, ਜਾਂ ਕਹਿ ਲਈਏ ਕਿ ਅੱਜ ਦੀ ਅੰਗ ਦੀ ਬਾਣੀ ਦੀ ਸ਼ੁਰੂਆਤ ਦੇ ਵਿੱਚ ਕਈ ਸਾਰੇ ਸਵਾਲ ਅਸੀਂ ਦੱਸੇ। ਉਮੀਦ ਕਰਦੇ ਹਾਂ ਕਿ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਅੱਜ ਦੀ ਗੁਰਬਾਣੀ ਦੇ ਵਿੱਚੋਂ ਤੁਹਾਨੂੰ ਮਿਲ ਗਏ ਹੋਣਗੇ। ਪਹਿਲਾ ਜੋ ਸ਼ਬਦ ਹੈ ਉਹਦਾ ਜੇ ਅਸੀਂ ਨਿਚੋੜ ਕੱਢੀਏ ਤੇ ਇਹ ਬਣਦਾ ਹੈ ਕਿ ਜਦ ਤੱਕ ਜੀਵ ਪਰਮਾਤਮਾ ਦੇ ਨਾਲੋਂ ਵਿਛੜਿਆ ਹੋਇਆ ਹੈ, ਭਾਵ ਉਹ ਆਪਣੇ ਪੇਕੇ ਘਰ ਵਿੱਚ ਹੈ, ਜਾਣੀ ਉਦੋਂ ਤੱਕ ਉਹ ਮੂਰਖ ਹੈ। ਫਿਰ ਉਹਨੂੰ ਗੁਰੂ ਮਿਲਦਾ ਹੈ, ਵਿਚੋਲਾ ਮਿਲਦਾ ਹੈ। ਜਿਵੇਂ ਇੱਕ ਵਿਚੋਲਾ ਇੱਕ ਜੀਵ ਇਸਤਰੀ ਨੂੰ ਪੇਕੇ ਘਰ ਤੋਂ ਸਹੁਰੇ ਘਰ ਤੱਕ ਪਹੁੰਚਾਉਣ ਦਾ ਕੰਮ ਕਰਦਾ ਹੈ, ਉਵੇਂ ਹੀ ਗੁਰੂ ਇੱਕ ਜੀਵ ਨੂੰ ਜੋ ਪ੍ਰਮਾਤਮਾ ਨਾਲੋਂ ਵਿਛੜਿਆ ਹੋਇਆ ਹੈ, ਉਹਨੂੰ ਪ੍ਰਮਾਤਮਾ ਦੇ ਨਾਲ ਮਿਲਾਉਣ ਦਾ ਕੰਮ ਕਰਦਾ ਹੈ। ਜਦੋਂ ਸਾਡੀ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਸਾਂਝ ਬਣ ਗਈ ਤਾਂ ਸਮਝ ਲਈਏ ਕਿ ਅਸੀਂ ਸਹੁਰੇ ਘਰ ਅੱਪੜ ਗਏ। ਪਰ ਗੁਰੂ ਸਾਨੂੰ ਤਦ ਹੀ ਮਿਲੇਗਾ, ਗੁਰੂ ਨੂੰ ਅਸੀਂ ਤਦ ਹੀ ਪਛਾਣ ਪਾਵਾਂਗੇ ਜੇ ਪ੍ਰਮਾਤਮਾ ਦੀ ਸਾਡੇ ਤੇ ਮਿਹਰ ਹੋਏਗੀ ਤਾਂ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 357ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਇੱਥੇ ਹੀ ਫਤਿਹ ਕਬੂਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।